ਰਤਨ ਸਿੰਘ ਭੰਗੂ ਨੂੰ ਜਿਹੜਾ ਉਸ ਵੇਲੇ ਅੰਗਰੇਜ਼ ਆਫੀਸਰ ਸੀਗਾ ਲੁਧਿਆਣੇ ਦਾ, ਉਸਨੇ ਇਹ ਪੁੱਛਿਆ ਕਿ ਨਾ ਤੁਹਾਡੇ ਕੋਲ ਕਦੇ ਪਹਿਲਾਂ ਤੁਹਾਡੇ ਪੁਰਖਿਆਂ ਕੋਲ ਰਾਜ ਰਿਹਾ, ਨਾ ਤੁਹਾਡੀ ਬਹੁ ਗਿਣਤੀ, ਨਾ ਤੁਹਾਨੂੰ ਬਹੁ ਗਿਣਤੀ ਨੇ ਰਾਜ ਦਿੱਤਾ, ਤੇ ਤੁਸੀਂ ਰਾਜ ਕਿਵੇਂ ਬਣਾਇਆ? ਇਸ ਨੁਕਤੇ ਦੇ ਉੱਤੇ ਹੀ ਸਾਰਾ ਪੰਥ ਪ੍ਰਕਾਸ਼। ਤਾਂ ਜੋ ਉਹਦਾ ਉੱਤਰ ਸੀਗਾ ਉਹ ਕਹਿੰਦਾ ਕਿ ਸਿੰਘਨ ਪਾਤਸ਼ਾਹੀ ਸਾਹ ਸੱਚੇ ਦਈ। ਕਹਿੰਦਾ ਸਾਨੂੰ ਇਹ ਪਾਤਸ਼ਾਹੀ ਸੱਚੇ ਪਾਤਸ਼ਾਹ ਨੇ ਦਿੱਤੀ। ਕਹਿੰਦਾ ਇਹ ਜਿਹੜੀਆਂ ਦੁਨਿਆਵੀ ਸ਼ਰਤਾਂ ਨੇ ਇਹ ਸਾਡੇ ਤੇ ਲਾਗੂ ਹੀ ਨਹੀਂ ਹੁੰਦੀਆਂ। ਸਾਨੂੰ ਪਾਤਸ਼ਾਹ ਕਹਿ ਗਿਆ ਕਿ ਰਾਜ ਕਰੇਗਾ ਖਾਲਸਾ, ਤੇ ਸਾਨੂੰ ਇਹ ਪਾਤਸ਼ਾਹੀ ਦਾ ਵਰ ਗੁਰੂ ਦੇ ਘਰ ਤੋਂ ਮਿਲਿਆ, ਸਾਨੂੰ ਇਹ ਪਾਤਸ਼ਾਹੀ ਦੀ ਬਖਸ਼ਿਸ਼ ਗੁਰੂ ਨੇ ਦਿੱਤੀ। ਉਹ ਪੁੱਛਣ ਲੱਗਾ ਵੀ ਸੱਚਾ ਪਾਤਸ਼ਾਹ ਕੌਣ ਹੈ? ਉਹ ਦੱਸਦਾ ਕਿ ਗੁਰੂ ਨਾਨਕ। ਪਰ ਸਾਨੂੰ ਕਿਸੇ ਦੁਨਿਆਵੀ ਬਾਦਸ਼ਾਹ ਨੇ ਰਾਜ ਨਹੀਂ ਦਿੱਤਾ ਹੈ, ਸਾਨੂੰ ਉਸ ਦੀਨ ਦੁਨੀ ਦੇ ਮਾਲਕ ਦੋ ਜਹਾਨ ਦੇ ਬਾਲੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਰਾਜ ਦਿੱਤਾ। ਇਹ ਜਦੋਂ ਅੰਗਰੇਜ਼ ਇੱਥੇ ਆਏ ਨੇ ਉਹਨਾਂ ਨੇ ਆ ਕੇ ਇਹ ਗੱਲ ਸ਼ੁਰੂ ਕੀਤੀ ਕਿ ਰਾਜ ਹੋਰ ਚੀਜ਼ ਹੈ, ਧਰਮ ਹੋਰ ਚੀਜ਼ ਹੈ। ਅੱਜ ਸਾਨੂੰ ਵੀ ਬਹੁਤਿਆਂ ਨੂੰ ਇਹ ਲੱਗਣ ਲੱਗ ਪਿਆ ਹੋਇਆ ਵੀ ਜਿਹੜੇ ਰਾਜ ਕਰਨ ਵਾਲੇ ਬੰਦੇ ਨੇ ਜੇ ਉਹ ਧਰਮੀ ਨਾ ਵੀ ਹੋਣ ਸ਼ਾਇਦ ਤਾਂ ਵੀ ਚੱਲ ਜਾਣ, ਪਰ ਗੁਰੂ ਘਰ ਦੇ ਵਿੱਚ ਇਹ ਕਦੇ ਪ੍ਰਵਾਨ ਨਹੀਂ। ਅੱਜ ਅਸੀਂ ਉਸ ਵਿਚਾਰਧਾਰਾ ਤੋਂ ਗ੍ਰਸੇ ਹੋਣ ਕਰਕੇ ਹੀ ਹੋਇਆ ਹੈ ਕਿ ਅਸੀਂ ਬਿਲਕੁਲ ਅਧਰਮੀ ਲੋਕਾਂ ਨੂੰ ਵੀ ਰਾਜ ਕਰਨ ਦਾ ਆਪਣੇ ਉੱਤੇ ਮੌਕਾ ਦਿੱਤਾ। ਸਿੱਖਾਂ ਦੇ ਲਈ ਜੋ ਆਉਣ ਵਾਲਾ ਸਮਾਂ, ਜਿਸ ਤਰ੍ਹਾਂ ਦੀ ਦੁਨੀਆ ਦੀ ਰਾਜਨੀਤੀ ਹੈ, ਜਿਸ ਤਰ੍ਹਾਂ ਇੰਡੀਆ ਦੀ ਰਾਜਨੀਤੀ ਹੈ, ਆਉਂਦੇ 8-10 ਸਾਲ ਦੇ ਵਿੱਚ ਦੁਨੀਆ ਦੇ ਵਿੱਚ ਬਹੁਤ ਵੱਡੀ ਉਥਲ-ਪੁਥਲ ਸ਼ੁਰੂ ਹੋ ਚੁੱਕੀ। 2-3 ਜੰਗਾਂ ਆਲਰੇਡੀ ਚੱਲਦੀਆਂ ਨੇ, ਤੇ ਇਹ ਇਲਾਕਾ ਜਿਹੜਾ ਤੁਹਾਡਾ ਹੈ ਇਹਦੇ ਉੱਤੇ ਦੁਨੀਆ ਦੀਆਂ, ਇੰਡੀਆ ਦੀਆਂ, ਸਾਰਿਆਂ ਦੀਆਂ ਹੀ ਨਜ਼ਰਾਂ ਨੇ। ਤੁਹਾਡੇ ਪਾਣੀ ਕਰਕੇ, ਤੁਹਾਡੀ ਮਿੱਟੀ ਕਰਕੇ, ਤੇ ਜਿਸ ਤਰ੍ਹਾਂ ਦੇ ਮਨੁੱਖ ਇੱਥੇ ਵਸਦੇ ਨੇ ਗੁਣਾਂ ਵਾਲੇ, ਉਹਨਾਂ ਕਰਕੇ ਇਸ ਇਲਾਕੇ ਤੇ ਹਰੇਕ ਦੀ ਇੱਛਾ ਹੈ ਕਿ ਇਹ ਸਾਡੇ ਕੋਲ ਹੋਏ। ਤਾਂ ਬਹੁਤ ਸਾਰੀ ਉਥਲ-ਪੁਥਲ ਹੋਣੀ, ਉਹਦੇ ਕਰਕੇ ਅਸੀਂ ਜਿਹੜੀਆਂ ਬਹੁਤ ਛੋਟੀਆਂ-ਛੋਟੀਆਂ ਗੱਲਾਂ ਕਰਦੇ ਹਾਂ ਇੱਥੇ ਪੰਜਾਬ ਦਾ ਜਾਂ ਹੋਰ ਛੋਟੇ-ਮੋਟੇ ਰਾਜ, ਉਹਦੇ ਨਾਲ ਬਹੁਤ ਵੱਡੀਆਂ ਪ੍ਰਾਪਤੀਆਂ ਦਾ ਸਮਾਂ ਆਉਣਾ। ਸੋ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਚਨ ਹੈ, ਅੱਜ ਪਾਤਸ਼ਾਹ ਦਾ ਦਿਹਾੜਾ, ਉਹਨਾਂ ਦੇ 52 ਬਚਨਾਂ 'ਚੋਂ ਇੱਕ ਬਚਨ ਇਹ ਸੀਗਾ ਕਿ ਰਾਜਨੀਤੀ ਹੀ ਪੜ੍ਹਨੀ। ਜੋ ਅੱਜ ਰਾਜਨੀਤੀ ਚੱਲ ਰਹੀ ਆ ਉਹਨੂੰ ਸਮਝਣ ਦਾ, ਪੜ੍ਹਨ ਦਾ ਸਮਾਂ ਹੈ। ਜੇ ਅੱਜ ਜੋ ਰਾਜਨੀਤੀ ਚੱਲ ਰਹੀ ਉਹਨੂੰ ਸਮਝ ਪੜ੍ਹ ਲਵਾਂਗੇ ਤਾਂ ਆਉਣ ਵਾਲੇ ਦਿਨ ਸਾਡੇ ਤੇ ਸਾਡੀਆਂ ਨਸਲਾਂ ਦੇ ਸੁਖਾਲੇ ਹੋਣਗੇ। ਚਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਭ ਗੁਰੂ ਮਾਨਿਓ ਗ੍ਰੰਥ ਗੁਰਮਤਿ ਸਮਾਗਮ ਦੇ ਵਿੱਚ ਗੁਰੂ ਘਰ ਦੇ ਢਾਡੀਆਂ, ਰਾਗੀਆਂ, ਕਥਾਵਾਚਕਾਂ ਦੇ ਪਾਸੋਂ ਗੁਰਮਤਿ ਅਤੇ ਗੁਰ ਇਤਿਹਾਸ ਤੇ ਗੁਰੂ ਕੇ ਸਿੱਖਾਂ ਦਾ ਇਤਿਹਾਸ ਸਰਵਣ ਕਰ ਰਹੇ ਹੋ। ਸਿੱਖ ਇਤਿਹਾਸ ਦੇ ਵਿੱਚ ਸਾਲ ਦੇ ਵਿੱਚ ਸ਼ਾਇਦ ਹੀ ਕੋਈ ਐਸਾ ਦਿਨ ਹੋਏ ਜਿਸ ਦਿਨ ਕੋਈ ਵੱਡੀ ਇਤਿਹਾਸਕ ਘਟਨਾ ਨਾ ਵਾਪਰੀ ਹੋਵੇ। ਅੱਜ ਜੋ ਨਾਨਕਸ਼ਾਹੀ ਕੈਲੰਡਰ ਹੈ ਉਹਦੇ ਅਨੁਸਾਰ ਕੱਤਕ ਸੁਦੀ ਪੰਚਮੀ, ਕੱਤਕ ਦੀ ਸੁਦੀ ਪੰਚਮੀ ਨੂੰ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚਖੰਡ ਪਿਆਨਾ ਕੀਤੇ ਸਨ ਹਜ਼ੂਰ ਸਾਹਿਬ ਵਿਖੇ। ਤੋ ਅੱਜ 10ਵੇਂ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਹੈ, ਸੱਚਖੰਡ ਪਿਆਨਾ ਕਰਨ ਦਾ ਦਿਹਾੜਾ ਵੀ ਹੈ, ਜਿਹਦੇ ਨਾਲ ਇੱਕ ਇਤਿਹਾਸ, ਸਿੱਖ ਇਤਿਹਾਸ ਦਾ ਬਹੁਤ ਵੱਡਾ ਅਤੇ ਡੂੰਘਾ ਸੰਬੰਧ ਹੈ। ਕਿਉਂਕਿ 10ਵੇਂ ਪਾਤਸ਼ਾਹ ਤੋਂ ਬਾਅਦ ਜਿਹੜੀ ਗੁਰਿਆਈ ਦੀ ਪ੍ਰਥਾ ਹੈ, ਜਿਹੜੀ ਦੇਹ ਰੂਪ ਦੇ ਵਿੱਚ ਚੱਲ ਰਹੀ ਸੀਗੀ, ਉਹ ਉਸ ਰੂਪ ਦੇ ਵਿੱਚ ਅੱਗੇ ਨਹੀਂ ਗਈ। ਪਾਤਸ਼ਾਹ ਨੇ ਜਿਹੜੀ ਗੁਰਿਆਈ
ਉਹ ਆਪਣੇ ਜੋਤੀ ਜੋਤ ਸਮਾਣ ਤੋਂ ਪਹਿਲਾਂ ਕੱਤਕ ਸੁਦੀ ਦੂਜ ਵਾਲੇ ਦਿਨ ਹਜ਼ੂਰ ਸਾਹਿਬ ਵਿਖੇ ਗੁਰੂ ਗ੍ਰੰਥ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਗੁਰੂ ਖਾਲਸਾ ਪੰਥ ਨੂੰ ਸਾਂਝੇ ਰੂਪ ਦੇ ਵਿੱਚ ਬਖਸ਼ਿਸ਼ ਕਰ ਦਿੱਤੀ। ਇਤਿਹਾਸ ਦੇ ਵਿੱਚ ਇਹ ਜ਼ਿਕਰ ਆਉਂਦਾ ਕਿ ਪਾਤਸ਼ਾਹ ਨੇ ਜਦੋਂ ਸੱਚਖੰਡ ਪਿਆਨਾ ਕਰਨ ਦੇ ਸੰਬੰਧ ਦੇ ਵਿੱਚ ਆਪਣੇ ਸਿੱਖਾਂ ਨੂੰ ਦੱਸਿਆ ਤਾਂ ਸਿੱਖਾਂ ਨੇ ਪਾਤਸ਼ਾਹ ਨੂੰ ਇਹ ਸਵਾਲ ਕੀਤਾ ਕਿ ਪਾਤਸ਼ਾਹ ਆਪ ਤੋਂ ਪਹਿਲਾਂ ਸਾਰੀਆਂ ਪਾਤਸ਼ਾਹੀਆਂ ਨੇ ਆਪਣੇ ਜਾਣ ਤੋਂ ਪਹਿਲਾਂ ਅਗਲੇ ਗੁਰੂ ਦੀ 10 ਸਿੱਖਾਂ ਨੂੰ ਪਾਈ, ਆਪ ਜੀ ਸਾਨੂੰ ਕਿਹੜੇ ਗੁਰੂ ਦੇ ਪੱਲੇ ਲਾ ਕੇ ਚੱਲੇ? ਤਾਂ ਉਸ ਵਕਤ ਪਾਤਸ਼ਾਹ ਨੇ ਜਿਹੜੀ ਕੱਤਕ ਦੀ ਮੱਸਿਆ ਹੁੰਦੀ, ਕੱਤਕ ਦੀ ਮੱਸਿਆ ਵਾਲੇ ਦਿਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਅਖੰਡ ਪਾਠ ਸ਼ੁਰੂ ਕਰਵਾਇਆ। ਕੱਤਕ ਦੀ ਮੱਸਿਆ ਵਾਲੇ ਦਿਨ ਬਹੁਤ ਕਰਕੇ ਦੀਵਾਲੀ ਹੁੰਦੀ, ਦੀਪਮਾਲਾ ਹੁੰਦੀ, ਪਰ ਕਈ ਵਾਰ ਨਹੀਂ ਵੀ ਹੁੰਦੀ। ਜਿਸ ਤਰ੍ਹਾਂ ਇਸ ਵਾਰ ਸੀਗਾ, ਜਿਹੜੀ ਮੱਸਿਆ ਉਸ ਤੋਂ ਦੀਵਾਲੀ ਇੱਕ ਦਿਨ ਪਹਿਲਾਂ ਸੀ, ਪਰ ਉਸ ਵਕਤ ਆਮ ਕਰਕੇ ਜਿਹੜੀ ਦੀਵਾਲੀ ਉਹ ਕੱਤਕ ਦੀ ਮੱਸਿਆ ਨੂੰ ਹੁੰਦੀ। ਤਾਂ ਪਾਤਸ਼ਾਹ ਨੇ ਉਸ ਮੱਸਿਆ ਵਾਲੇ ਦਿਨ, ਕੱਤਕ ਦੀ ਮੱਸਿਆ ਵਾਲੇ ਦਿਨ ਅਖੰਡ ਪਾਠ ਸ਼ੁਰੂ ਕਰਾਇਆ ਔਰ ਉਹ ਕੱਤਕ ਸੁਦੀ ਦੂਜ ਨੂੰ ਭੋਗ ਪਿਆ। ਤੇ ਜਦੋਂ ਭੋਗ ਤੋਂ ਉਪਰੰਤ ਦੀਵਾਨ ਸਜਿਆ, ਉਸ ਵਕਤ ਪਾਤਸ਼ਾਹ ਨੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਭਾਈ ਮਨੀ ਸਿੰਘ ਜੀ, ਸ਼ਹੀਦ ਭਾਈ ਮਨੀ ਸਿੰਘ ਜੀ ਹੋਣਾ ਦੀ ਸੇਵਾ ਲਾਈ ਔਰ ਉਸ ਤੋਂ ਬਿਨਾਂ 5 ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਤਾਬਿਆ ਖੜੇ ਕੀਤੇ। ਤੇ ਉਹਨਾਂ 5 ਸਿੰਘਾਂ ਦੇ ਵਿੱਚ ਸ਼ਹੀਦ ਬਾਬਾ ਦੀਪ ਸਿੰਘ ਜੀ, 5 ਪਿਆਰਿਆਂ ਦੇ ਵਿੱਚੋਂ ਭਾਈ ਧਰਮ ਸਿੰਘ ਜੀ, ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ, ਭਾਈ ਸੰਤੋਖ ਸਿੰਘ ਜੀ ਔਰ ਭਾਈ ਹਰ ਸਿੰਘ ਜੀ। ਇਹ 5 ਸਿੰਘ ਖੜੇ ਕਰਕੇ ਪਾਤਸ਼ਾਹ ਨੇ 5 ਪੈਸੇ ਰੱਖ ਕੇ, ਨਾਰੀਅਲ ਰੱਖ ਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਨੂੰ ਸਾਂਝੇ ਰੂਪ ਦੇ ਵਿੱਚ ਗੁਰਿਆਈ ਦਿੱਤੀ। ਤਾਂ ਅੱਜ ਪਾਤਸ਼ਾਹ ਦਾ ਜੋਤੀ ਜੋਤ ਦਿਵਸ ਵੀ ਹੈ ਤੇ ਆਪਾਂ ਗੁਰੂ ਮਾਨਿਓ ਗ੍ਰੰਥ ਸਮਾਗਮ ਵੀ ਮਨਾ ਰਹੇ। ਤੋ ਇਸ ਪ੍ਰਕਾਰ ਪੰਥ ਦੇ ਵਿੱਚ, ਸਿੱਖ ਇਤਿਹਾਸ ਦੇ ਵਿੱਚ ਲਗਭਗ ਹੀ ਕੋਈ ਦਿਨ ਹੈ ਜਿਸ ਦਿਨ ਕੋਈ ਵੱਡੀ ਇਤਿਹਾਸਕ ਘਟਨਾ ਨਾ ਵਾਪਰੀ ਹੋਵੇ, ਕਿਉਂਕਿ ਇਤਿਹਾਸ ਹੈ ਹੀ ਇੰਨਾ ਸੰਘਣਾ। ਰੋਜ਼ ਦਾ ਇਤਿਹਾਸ ਯਾਦ ਰੱਖਣਾ ਹੀ ਸਿੱਖਾਂ ਦੇ ਲਈ ਵੀ, ਇਵਨ ਪ੍ਰਚਾਰਕਾਂ ਦੇ ਲਈ ਵੀ ਬਹੁਤਾ ਸੌਖਾ ਨਹੀਂ ਹੈ। ਆਪਾਂ ਸਿੱਖਾਂ ਨੂੰ ਨਾ ਇਕੱਲਾ ਕਹੀਏ, ਪ੍ਰਚਾਰਕਾਂ ਦੇ ਲਈ ਵੀ ਪੂਰਾ ਸਿੱਖ ਇਤਿਹਾਸ ਯਾਦ ਰੱਖਣਾ ਕਿ ਕਿਹੜੇ ਦਿਨ ਕਿਹੜੀ ਘਟਨਾ ਵਾਪਰੀ ਹੈ, ਕੋਈ ਸੁਖਾਲਾ ਕੰਮ ਨਹੀਂ ਹੈ। ਬੇਸ਼ੱਕ ਸਿੱਖਾਂ ਦਾ ਇਤਿਹਾਸ ਬਹੁਤ ਥੋੜ੍ਹੇ ਸਮੇਂ ਦਾ ਹੈ, ਪਰ ਇਤਿਹਾਸਕ ਘਟਨਾਵਾਂ ਬਹੁਤ ਜ਼ਿਆਦਾ। ਉਹਦੇ ਪਰਥਾਏ ਆਪਾਂ ਇੰਡੀਆ ਦੇ ਵਿੱਚ ਬਾਕੀ ਧਰਮਾਂ ਦਾ ਜਾਂ ਹੋਰ ਵੀ ਇਤਿਹਾਸ ਦੇਖ ਲਈਏ, ਉਹਦੇ ਵਿੱਚ ਇੰਨੀਆਂ ਜ਼ਿਆਦਾ ਘਟਨਾਵਾਂ ਨਹੀਂ ਆਉਂਦੀਆਂ, ਕਿਤੇ ਕਿਤੇ ਜਾ ਕੇ ਕੋਈ ਘਟਨਾ ਆਉਂਦੀ। ਸੋ ਇੱਕ ਬੇਨਤੀ ਅੱਜ ਦੇ ਇਤਿਹਾਸ ਦੇ ਸੰਬੰਧ ਦੇ ਵਿੱਚ ਸੀਗੀ। ਦੂਸਰੀ ਬੇਨਤੀ ਮੈਂ ਕਰਨੀ ਕਿ ਜਿਹੜੇ ਗੁਰਮਤਿ ਸਮਾਗਮ ਨੇ ਜਾਂ ਗੁਰੂ ਘਰ ਕਿਉਂ ਆਈਦਾ, ਇਹਦੇ ਸੰਬੰਧ ਦੇ ਵਿੱਚ ਗੁਰੂ ਘਰ ਜਦੋਂ ਕੋਈ ਸਰੀਰ ਕਰਕੇ ਆਉਂਦਾ ਤਾਂ ਉਹਦੇ ਵਿੱਚ 5-6 ਗੱਲਾਂ ਨੇ ਜਿਹਦਾ ਧਿਆਨ ਰੱਖਣਾ ਹੁੰਦਾ, ਜਿਸ ਕਰਕੇ ਜਿਸ ਤਰੀਕੇ ਦੇ ਨਾਲ, ਜਿਸ ਰਹਿਤ ਬਹਿਤ ਦੇ ਵਿੱਚ ਗੁਰੂ ਘਰ ਆਈ। ਸਭ ਤੋਂ ਪਹਿਲਾ ਨੁਕਤਾ ਹੈ ਉਦੇਸ਼ ਦਾ, ਮੰਤਵ ਦਾ। ਤੁਸੀਂ ਗੁਰੂ ਦੀ ਹਜ਼ੂਰੀ 'ਚ ਗੁਰੂ ਘਰ ਕਿਉਂ ਆਉਣਾ? ਜਿੱਥੋਂ ਤੱਕ ਮੇਰਾ ਅੰਦਾਜ਼ਾ ਹੈ, ਆਬਜ਼ਰਵੇਸ਼ਨ ਹੈਗੀ, ਸਾਰੇ ਗੁਰੂ ਘਰ ਇੱਕੋ ਹੀ ਮੰਤਵ, ਇੱਕੋ ਹੀ ਭਾਵਨਾ ਦੇ ਨਾਲ ਨਹੀਂ ਆਉਂਦੇ। ਬਹੁਤ ਸਾਰੇ ਸਰੀਰ ਵੱਖ-ਵੱਖ ਭਾਵਨਾਵਾਂ ਕਰਕੇ ਆਉਂਦੇ। ਕੁਛ ਸਰੀਰ ਇੱਥੇ ਰੌਣਕ ਦੇਖਣੀ ਆਉਂਦੇ। ਉਹਨਾਂ ਨੂੰ ਪੁੱਛੋ, ਇੰਨਾ ਵੀ ਪੁੱਛੋ ਵੀ ਸਮਾਪਤੀ ਤੇ ਹੁਕਮਨਾਮਾ ਹੋਇਆ ਕਿਹੜੇ ਪਾਤਸ਼ਾਹ ਦਾ ਆਇਆ, ਕਿਹੜੇ ਰਾਗ 'ਚ ਆਇਆ, ਉਹਦਾ ਭਾਵ ਅਰਥ ਜਾਂ ਹੋਰ ਉਹ ਤੋਂ ਬਾਅਦ ਦੀ ਗੱਲ। ਕਈ ਵਾਰ ਇੰਨਾ ਵੀ ਸੁਣਾ ਨਹੀਂ ਹੁੰਦਾ, ਬਹੁਤਿਆਂ ਤੋਂ ਨਹੀਂ ਸੁਣਾ। ਤੇ ਉਹ ਇਸ ਕਰਕੇ ਆਉਂਦੇ ਕਿ ਉਹਨਾਂ ਦੀ ਭਾਵਨਾ ਕੁਛ ਹੋਰ ਹੁੰਦੀ ਆ। ਉਹ ਕੋਈ ਰੌਣਕ ਦੇਖਣਾ ਦਾ, ਕੁਛ ਲੋਕ ਸਿਰਫ ਲੰਗਰ ਪਦਾਰਥ ਕਰਕੇ ਹੀ ਆਉਂਦੇ।
ਇਸ ਕਰਕੇ ਤੁਸੀਂ ਦੇਖੋਗੇ ਕਿ ਬਹੁਤ ਸਾਰੇ ਪ੍ਰਬੰਧਕਾਂ ਨੂੰ ਆਪਣੇ ਇਸ਼ਤਿਹਾਰ ਦੇ ਉੱਤੇ ਜਿੱਥੇ ਉਹਨਾਂ ਨੇ ਪ੍ਰਚਾਰਕਾਂ ਦੇ ਨਾਂ ਲਿਖਣੇ ਹੁੰਦੇ, ਉੱਥੇ ਲੰਗਰ ਦੀ ਵੀ ਇੱਕ ਸਪੈਸ਼ਲ ਖਾਨਾ ਜਿਹਾ ਬਣਾਉਣਾ ਪੈਂਦਾ, ਕਿਉਂਕਿ ਕੁਛ ਬੰਦਿਆਂ ਨੇ ਸਿਰਫ ਲੰਗਰ ਕਰਕੇ ਆਉਣਾ ਹੁੰਦਾ ਉੱਥੇ। ਉਹਨਾਂ ਦੀ ਬਹੁਤੀ ਭਾਵਨਾ ਵੀ ਲੰਗਰ 'ਚ ਪਦਾਰਥ ਕਿਹੜੇ, ਉਹਦੇ ਕਰਕੇ ਹੀ ਆਉਂਦੇ। ਤੋ ਪਾਤਸ਼ਾਹ ਦੇ ਹਜ਼ੂਰ ਆਈਦਾ ਕਿਉਂ ਆ? ਪਾਤਸ਼ਾਹ ਦੋ ਗੱਲਾਂ ਕਹਿੰਦੇ ਨੇ ਕਿ ਕਿਉਂ ਆਉਣਾ ਹੈ। ਇੱਕ ਇਸ ਕਰਕੇ ਆਉਣਾ ਹੈ ਕਿ ਇੱਥੋਂ ਸੋਝੀ ਪ੍ਰਾਪਤ ਕਰਨਾ। ਦੂਸਰਾ ਇਸ ਕਰਕੇ ਆਉਣਾ ਹੈ ਕਿ ਇੱਥੇ ਅਕਾਲ ਦੀ ਉਸਤਤ, ਉਸ ਪਰਮੇਸ਼ਰ ਦੀ ਉਸਤਤ ਕਰਨੀ ਸੰਗਤੀ ਰੂਪ 'ਚ। ਇਹ ਦੋ ਭਾਵਨਾਵਾਂ ਨੇ ਮੁੱਖ ਰੂਪ ਦੇ ਵਿੱਚ, ਜਿਹਦੇ ਕਰਕੇ ਸਿੱਖ ਗੁਰੂ ਦੀ ਹਜ਼ੂਰੀ ਚਾਹੁੰਦੇ। ਤੁਸੀਂ ਬਹੁਤ ਸਾਰੇ ਸਿੱਖ ਹੋ ਜਿਹੜੇ ਇੱਥੇ ਦੀਵਾਨ ਦੇ ਵਿੱਚ ਬੈਠੇ ਹੋ, ਪਰ ਕੁਝ ਸਿੱਖ ਨੇ ਜਿਹੜੇ ਦੀਵਾਨ ਤੋਂ ਬਾਹਰ ਸੇਵਾ ਕਰਦੇ ਨੇ। ਤੋ ਤੀਸਰੀ ਪ੍ਰਵਾਨਗੀ ਉਹਨਾਂ ਸਿੱਖਾਂ ਨੂੰ ਆ ਜਿਹੜੇ ਇਹਨਾਂ ਸਮਾਗਮਾਂ ਦੇ ਪਰਥਾਏ, ਗੁਰੂ ਦੇ ਆਈ ਸੰਗਤ ਦੇ ਪਰਥਾਏ ਸੇਵਾ 'ਚ ਹਾਜ਼ਰ ਹੁੰਦੇ ਨੇ। ਸੋ ਗੁਰੂ ਘਰ ਦੇ ਵਿੱਚ ਆਇਆ ਉਹਨਾਂ ਸਿੱਖਾਂ ਦਾ ਪ੍ਰਵਾਨ ਹੁੰਦਾ ਜਿਹੜਾ ਭਾਵਨਾ ਕਰਕੇ ਸੋਝੀ ਪ੍ਰਾਪਤ ਕਰਨਾ ਦਾ, ਜਾਂ ਉਸ ਅਕਾਲ ਦੀ ਉਸਤਤ ਕਰਨਾ ਦਾ, ਜਾਂ ਸੇਵਾ ਕਰਨਾ। ਅੱਜ ਕੱਲ੍ਹ ਇੱਕ ਮੈਂ ਗੱਲ ਹੋਰ ਦੇਖਦਾ ਕਿ ਬਹੁਤ ਸਾਰੇ ਸਿੱਖ ਗੁਰੂ ਘਰ ਇਸ ਕਰਕੇ ਆਉਂਦੇ ਨੇ ਕਿ ਉਹਨਾਂ ਦੀਆਂ ਬਹੁਤ ਸਾਰੀਆਂ ਪਰਿਵਾਰਕ ਜਾਂ ਪੇਸ਼ਾਵਰ ਮੰਗਾਂ ਹੁੰਦੀਆਂ ਨੇ। ਉਹ ਗੁਰੂ ਘਰ ਸਿਰਫ ਅਰਦਾਸ ਕਰਨ, ਆਪਣੀਆਂ ਮੰਗਾਂ ਮੰਨਣ ਹੀ ਆਉਂਦੇ ਨੇ, ਔਰ ਇਹਨੂੰ ਉਹਨਾਂ ਨੂੰ ਲੱਗਦਾ ਕਿ ਇਹ ਅਸੀਂ ਵਾਕਿਆ ਹੀ ਬਹੁਤ ਕੋਈ ਗੁਰਮਤਿ ਅਨੁਸਾਰੀ ਗੱਲ ਕਰ ਰਹੇ ਹਾਂ। ਹਾਲਾਂਕਿ ਗੁਰੂ ਘਰ ਦੇ ਵਿੱਚ ਜਿਹੜਾ ਇੱਕ ਸਿੱਖ ਹੈ ਉਹ ਦੋ ਚੀਜ਼ਾਂ ਬੁਨਿਆਦੀ ਰੂਪ 'ਚ ਗੁਰੂ ਕੋਲੋਂ ਮੰਗ ਸਕਦਾ ਹੈ। ਇੱਕ ਇਹ ਮੰਗ ਸਕਦਾ ਹੈ ਕਿ ਪਾਤਸ਼ਾਹ ਮੇਰੀ ਰਹਿਤ ਦੀ ਪਰਪੱਕਤਾ ਬਖਸ਼ਿਸ਼ ਕਰੋ, ਦੂਸਰੀ ਮੇਰੀ ਲਾਜਪਤ ਰੱਖਿਓ। ਬਾਕੀ ਕੁਛ ਵੀ ਦੁਨਿਆਵੀ ਚੀਜ਼ਾਂ ਮੰਗਣੀਆਂ ਨੇ ਉਹ ਗੁਰੂ ਘਰੋਂ ਹੀ ਪ੍ਰਾਪਤ ਹੋਣੀਆਂ ਨੇ, ਪਰ ਉਹ ਪ੍ਰਾਪਤ ਕਰਨ ਦੇ ਲਈ ਤੁਹਾਨੂੰ ਕੁਛ ਸੇਵਾ, ਕੁਛ ਸਿਮਰਨ ਕਰਨਾ ਪੈਂਦਾ, ਤੇ ਉਹਦੇ ਪਰਥਾਏ ਗੁਰਸਿੱਖਾਂ ਕੋਲੋਂ ਅਰਦਾਸ ਕਰਨੀ। ਤੋ ਬਿਨਾਂ ਕਿਸੇ ਸੇਵਾ ਤੋਂ, ਬਿਨਾਂ ਕਿਸੇ ਸਿਮਰਨ ਤੋਂ ਅਸੀਂ ਬਹੁਤ ਸਾਰੀਆਂ ਦੁਨਿਆਵੀ ਪਦਾਰਥਾਂ ਦੀਆਂ ਮੰਗਾਂ ਮੰਨਣਾ ਨੇ, ਤੇ ਉਹ ਸਾਨੂੰ ਲੱਗਦਾ ਕਿ ਸ਼ਾਇਦ ਠੀਕ ਹੀ ਗੱਲ, ਪਰ ਬਹੁਤ ਹੀ ਗੁਰੂ ਘਰ 'ਚ ਪ੍ਰਵਾਨ ਨਹੀਂ। ਇਸ ਤੋਂ ਬਾਅਦ ਜਿਹੜੀ ਅਗਲੀ ਗੱਲ ਗੁਰੂ ਘਰ ਆਉਣ ਲਈ ਹੈ ਉਹ ਹੈਗੀ ਕਿ ਜਦੋਂ ਤੁਸੀਂ ਗੁਰੂ ਘਰ ਆਉਣੇ, ਤੁਸੀਂ ਆਪਣੀ ਭਾਵਨਾ ਦੇ ਵਿੱਚ ਇਸ਼ਟ ਕਿਹਨੂੰ ਮੰਨ ਕੇ ਆਉਂਦੇ। ਬਹੁਤੀ ਵਾਰ ਇਹ ਦੇਖਣ ਦੇ ਵਿੱਚ ਆਉਂਦਾ ਕਿ ਗੁਰੂ ਘਰ ਦੇ ਵਿੱਚ ਇਸ਼ਟ ਰੂਪ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਵਾਇਮਾਨ ਹੈ, ਜਾਂ ਪੰਥ ਦੇ ਰੂਪ ਦੇ ਵਿੱਚ ਪੰਜ ਸਿੰਘ ਸਾਹਿਬਾਨ ਸਵਾਇਮਾਨ ਹੁੰਦੇ ਆ, ਪਰ ਬਹੁਤ ਸਾਰੇ ਲੋਕ ਭਾਵਨਾ ਕਰਕੇ ਕਿਸੇ ਇੱਕ ਮਨੁੱਖ ਨੂੰ ਮੁੱਖ ਰੱਖ ਕੇ ਉਸ ਦੀਵਾਨ 'ਚ ਆਉਂਦੇ। ਹਾਲਾਂਕਿ ਉਹ ਭਾਵਨਾ ਫੜੀ ਨਹੀਂ ਜਾ ਸਕਦੀ ਹੈ, ਪਰ ਜਿਹੜੇ ਭਾਵਨਾ ਕਰਕੇ ਕਿਸੇ ਵੀ ਸਰੀਰ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਬਿਨਾਂ ਮੁੱਖ ਮੰਨ ਕੇ ਆਉਂਦੇ ਆ, ਉਹ ਵੀ ਸੰਗਤ ਦੇ ਵਿੱਚ ਆਏ ਬਹੁਤੇ ਪ੍ਰਵਾਨ। ਤੀਸਰੀ ਗੱਲ ਹੈਗੀ ਪੂਜਾ ਦੀ, ਉਪਾਸਨਾ ਦੀ, ਕਿ ਗੁਰੂ ਘਰ ਦੇ ਵਿੱਚ ਜਦੋਂ ਤੁਸੀਂ ਆਨੇ ਕਿ ਪੂਜਾ ਉਪਾਸਨਾ ਦਾ ਜਿਹੜਾ ਤਰੀਕਾ ਹੈ ਉਹ ਕਿਹੜਾ ਪ੍ਰਵਾਨ। ਗੁਰੂ ਘਰ ਦੇ ਵਿੱਚ ਪੂਜਾ ਦਾ ਤਰੀਕਾ ਇੱਕੋ ਹੀ ਪ੍ਰਵਾਨ ਹੈ, ਅਕਾਲ ਪੁਰਖ ਦਾ ਜਸ ਗਾਣ ਦਾ, ਉਸ ਦੀ ਆਰਾਧਨਾ ਦਾ, ਉਹ ਵੀ ਸੰਗਤੀ ਰੂਪ 'ਚ। ਜਿਸ ਤਰ੍ਹਾਂ ਆਪਣੀ ਸਵੇਰ ਦੀ ਨਿਤਨੇਮ ਹੈ, ਪੰਜ ਬਾਣੀਆਂ ਆਪਾਂ ਪੜ੍ਹਦੇ ਹਾਂ, ਉਹ ਸਾਡੀ ਸਾਖੀ ਰਹਿਤ ਦਾ ਨਿਤਨੇਮ ਹੈ। ਗੁਰੂ ਘਰ ਅਸੀਂ ਸੰਗਤੀ ਰਹਿਤ ਦਾ ਨਿਤਨੇਮ ਕਰਨਾ ਨੇ, ਜਿਵੇਂ ਕਿ ਆਸਾ ਕੀ ਬਾਤ। ਮੈਂ 100 ਸਾਲ ਪਹਿਲਾਂ ਦੀ ਇੱਕ ਲਿਖਤ ਪੜ੍ਹਦਾ ਸੀਗਾ, ਪ੍ਰੋਫੈਸਰ ਪੂਰਨ ਸਿੰਘ ਹੁਣਾਂ ਦੀ ਲਿਖੀ ਹੋਈ। ਉਹਨਾਂ ਨੇ ਸੰਤ ਆਇਆ ਸਿੰਘ ਹੁਣਾਂ ਦੀ ਇੱਕ ਬਚਨ ਦਾ ਜ਼ਿਕਰ ਕੀਤਾ। ਉਹ ਕਹਿੰਦੇ ਕਿ ਦਰਬਾਰ ਸਾਹਿਬ ਕੁਛ ਲੋਕ ਆਉਂਦੇ ਨੇ, ਦਰਬਾਰ ਸਾਹਿਬ ਸਵੇਰੇ ਆਸਾ ਦੀ ਵਾਰ ਦਾ ਕੀਰਤਨ ਹੁੰਦਾ, ਤੇ ਉਹ ਲੋਕ ਆਪਣੀ ਜਿਹੜੀ ਨਿਜ ਰਹਿਤ ਦੀ ਬਾਣੀ ਆ ਜਾਂ ਕੋਈ ਨਿਜ ਰਹਿਤ ਦੇ ਸ਼ਬਦ ਦਾ ਅਭਿਆਸ ਕਰਦੇ ਹਨ। ਉਹ ਕਹਿੰਦੇ ਇਹ ਇਸ ਤਰ੍ਹਾਂ, ਜਿਸ ਤਰ੍ਹਾਂ ਜੇ ਮੀਂਹ ਵਰ ਰਿਹਾ ਹੋਵੇ, ਵਰ ਰਹੇ ਮੀਂਹ ਦੇ ਵਿੱਚ ਕੋਈ ਖੂਹ ਗੇੜ ਕੇ ਨਾ ਆਏ। ਸੋ ਜਿਹੜੇ ਗੁਰੂ ਘਰ ਨੇ ਇਹ ਸੰਗਤੀ ਪੂਜਾ, ਸੰਗਤੀ ਉਪਾਸਨਾ, ਆਰਾਧਨਾ ਦੇ ਸਥਾਨ, ਤੇ ਜੋ ਸੰਗਤੀ ਰੂਪ ਦੇ ਵਿੱਚ ਗੁਰੂ ਦੇ ਹਜ਼ੂਰ ਤੋਂ ਸੇਵਾ, ਗੁਰੂ ਦੇ ਹਜ਼ੂਰ ਤੋਂ ਕੀਰਤਨ ਦਾ ਪ੍ਰਵਾਹ ਚੱਲ ਰਿਹਾ, ਬਾਣੀ ਦਾ ਪ੍ਰਵਾਹ ਚੱਲ ਰਿਹਾ, ਕਥਾ ਦਾ ਪ੍ਰਵਾਹ ਚੱਲ ਰਿਹਾ, ਉਸ ਨੂੰ ਸੁਣਨ, ਸੁਣਾਉਣ, ਸਰਵਣ ਕਰਨਾ। ਉੱਥੇ ਜਾ ਕੇ ਆਪਣੀ ਨਿੱਜੀ ਕੋਈ ਗੱਲ ਕਰਨੀ, ਇਹ ਗੁਰੂ ਘਰ 'ਚ ਪ੍ਰਵਾਨ ਨਹੀਂ।
ਦੋ ਚੀਜ਼ਾਂ ਹੋਰ ਨੇ, ਇੱਕ ਹੈ ਪਹਿਨਣ ਦਾ ਤੇ ਦੂਸਰਾ ਹੈ ਖਾਣ ਪੀਣ ਦਾ। ਗੁਰੂ ਘਰ ਦੇ ਵਿੱਚ ਜਦੋਂ ਬਹੁਤ ਦੀਵਾਨ ਦੇ ਵਿੱਚ ਆਈਦਾ, ਕਈ ਵਾਰ ਅਸੀਂ ਦੇਖੀਦਾ ਕਿ ਬਹੁਤ ਸਾਰੇ ਸੱਜਣ ਆ ਕੇ ਸੌਣ ਲੱਗ ਜਾਂਦੇ। ਉਹ ਸੌਣ ਇਸ ਕਰਕੇ ਨਹੀਂ ਲੱਗ ਜਾਂਦੇ ਹੈ ਕਿਉਂਕਿ ਤੇ ਰਾਤ ਦੇ ਅਣੀਂਦਰੇ, ਉਹ ਇਸ ਕਰਕੇ ਲੱਗ ਜਾਂਦੇ ਆ ਕਿ ਉਹਨਾਂ ਨੇ ਜ਼ਰੂਰਤ ਤੋਂ ਜ਼ਿਆਦਾ ਛਕ ਲਿਆ ਹੋਇਆ। ਆਮ ਤੌਰ ਦੇ ਉੱਤੇ ਪ੍ਰਬੰਧਕਾਂ ਨੇ ਸਾਰੀ ਸੰਗਤ ਨੂੰ ਅਟਰੈਕਟ ਕਰਨ ਦੇ ਲਈ ਭੋਜਨ ਥੋੜ੍ਹਾ ਤਾਮਸਿਕ ਭਾਰਾ ਬਣਾਇਆ ਹੁੰਦਾ ਤੇ ਉਹ ਭਾਰਾ ਭੋਜਨ ਛਕ ਕੇ ਤੇ ਸੌਣ ਲੱਗ ਜਾਂਦਾ। ਤਾਂ ਗੁਰੂ ਘਰ ਸੰਗਤ ਦੇ ਵਿੱਚ ਆਉਣਾ ਹੋਏ ਤੇ ਉਹਦੇ ਲਈ ਅਲਪਹਾਰ ਛਕ ਕੇ ਹੀ ਆਉਣਾ ਚਾਹੀਦਾ। ਤੇ ਪਹਿਨਣ ਦਾ ਆਪਾਂ ਨੂੰ ਚਲੋ ਖੈਰ ਪਤਾ ਹੈ ਕਿ ਕਿਸ ਰੂਪ ਦੇ ਵਿੱਚ ਆਪਾਂ ਪਹਿਨ ਕੇ ਵਸਤਰ ਪਹਿਨ ਕੇ ਆਈਏ। ਤਾਂ ਆਖਰੀ ਗੱਲ ਜਿਹੜੀ ਮੈਂ ਕਰਨੀ, ਮੇਰੇ 15 ਕੁ ਮਿੰਟ ਰਹਿੰਦੇ ਨੇ, ਉਹ ਹੈ ਜਿਹੜੀ ਵਿਚਾਰ ਮੇਰੇ ਤੋਂ ਪਹਿਲਾਂ ਢਾਡੀ ਸਿੰਘ ਕਰ ਰਹੇ ਸੀਗੇ 18ਵੀਂ ਸਦੀ ਦੀ, ਕਿ ਕਿਸ ਤਰ੍ਹਾਂ ਬਾਘ ਸਿੰਘ ਹੁਣਾਂ ਨੇ ਤੇ ਭਾਈ ਹਾਟੂ ਸਿੰਘ ਹੁਣਾਂ ਨੇ ਆਪਣੀ ਸੂਰਬੀਰਤਾ ਦੇ ਜੌਹਰ ਅਹਿਮਦ ਸ਼ਾਹ ਅਬਦਾਲੀ ਨੂੰ ਦਿਖਾਏ, ਜਾਂ ਕੱਲ੍ਹ ਵੀ ਜਿਸ ਪ੍ਰਕਾਰ ਢਾਡੀ ਸਿੰਘਾਂ ਨੇ ਅਕਾਲੀ ਫੂਲਾ ਸਿੰਘ ਜੀ ਹੁਣਾਂ ਦਾ ਜਾਂ ਮਹਾਰਾਜਾ ਰਣਜੀਤ ਸਿੰਘ ਹੁਣਾਂ ਦਾ ਇਤਿਹਾਸ ਆਪ ਜੀ ਨੂੰ ਸਰਵਣ ਕਰਾਇਆ। ਇਸ ਦੌਰ ਦਾ ਜਿਹੜਾ ਇਤਿਹਾਸ ਹੈ, ਜਦੋਂ ਖਾਲਸੇ ਨੇ ਇਸ ਧਰਤੀ ਦੇ ਉੱਤੇ ਹਲੇਮੀ ਰਾਜ ਪ੍ਰਗਟ ਕੀਤਾ, ਖਾਲਸਾ ਜੀ ਉਹਦਾ ਰਾਜ ਪ੍ਰਗਟ ਕੀਤਾ, ਉਸ ਰਾਜ ਉਸ ਸਮੇਂ ਦੇ ਨਾਲ ਸੰਬੰਧਿਤ ਇਹ ਇਤਿਹਾਸ ਦੀਆਂ ਸਾਖੀਆਂ ਨੇ। ਅੱਜ ਵੀ ਬਹੁਤੀ ਵਾਰ ਇਹ ਜ਼ਿਕਰ ਚੱਲਦਾ ਕਿ ਖਾਲਸੇ ਦਾ ਰਾਜ ਕਿਵੇਂ ਹੋਏ, ਹਲੇਮੀ ਰਾਜ ਕਿਵੇਂ। ਤਾਂ ਉਸ ਹਲੇਮੀ ਰਾਜ ਨੂੰ ਪ੍ਰਾਪਤ ਕਰਨ ਦੇ ਲਈ ਅੱਜ ਜਾਂ ਭਵਿੱਖ ਦੇ ਵਿੱਚ ਜੋ ਸਾਨੂੰ ਕਰਨਾ ਚਾਹੀਦਾ, ਉਹਦੇ ਸੰਬੰਧੀ ਮੈਂ ਆਪ ਜੀ ਦੇ ਨਾਲ ਕੁਝ ਵਿਚਾਰਾਂ ਕਰਨੀਆਂ। ਇਤਿਹਾਸ ਆਪਾਂ ਸੁਣ ਰਹੇ ਹਾਂ, ਇਤਿਹਾਸ ਇਸ ਕਰਕੇ ਹੀ ਸੁਣਾਇਆ ਜਾਂਦਾ ਕਿ ਇਤਿਹਾਸ ਤੋਂ ਸੁਣ ਕੇ ਬੀਤੇ ਤੋਂ ਅਸੀਂ ਕੁਛ ਸਮਝ ਪ੍ਰਾਪਤ ਕਰੀਏ, ਸੋਝੀ ਪ੍ਰਾਪਤ ਕਰੀਏ, ਜਿਹਦੇ ਨਾਲ ਸਾਨੂੰ ਭਵਿੱਖ ਦੇ ਜਿਹੜੇ ਨਕਸ਼ ਨੇ, ਭਵਿੱਖ ਦੇ ਜਿਹੜੇ ਰਸਤੇ ਨੇ, ਉਹ ਸਪਸ਼ਟ ਦਿਸਣ। ਜੇ ਕੋਈ ਵੀ ਇਤਿਹਾਸ ਸੁਣਨ ਤੋਂ ਸਾਨੂੰ ਕੋਈ ਭਵਿੱਖ ਦੇ ਲਈ ਰਾਹ ਨਹੀਂ ਮਿਲਦਾ ਹੈ ਤਾਂ ਉਹ ਕੰਨ ਰਸਾ ਹੀ ਹੈ। ਉਹ ਜਿੱਦਾਂ ਬਾਕੀ ਕੋਈ ਹੋਰ ਡਰਾਮਾ ਜਾਂ ਹੋਰ ਕੋਈ ਨਾਟਕ ਚੇਟਕ ਹੈ, ਉਸੇ ਤਰ੍ਹਾਂ ਹੀ ਤੁਹਾਡਾ ਇਤਿਹਾਸ। ਜੇ ਤੁਹਾਨੂੰ ਇਤਿਹਾਸ ਸੁਣਿਆ, ਆਪਣਾ ਨਿੱਜੀ ਜਾਂ ਸਾਂਝਾ ਪੰਥਕ ਭਵਿੱਖ ਹੈ ਜਿਹੜਾ, ਉਹ ਸਪਸ਼ਟ ਨਹੀਂ ਦਿਸਦਾ। ਸੋ ਇਤਿਹਾਸ ਦੇ ਵਿੱਚ ਸਿੱਖਾਂ ਨੇ ਰਾਜ ਕਿਵੇਂ ਲਿਆ, ਜਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਰਾਜ ਲੈਣ ਦੇ ਲਈ ਜੋ ਗੱਲਾਂ ਦਸੀਆਂ ਨੇ, ਜਿੰਨੀ ਕੁ ਮੈਨੂੰ ਸੋਝੀ ਉਹਦੇ ਸੰਬੰਧੀ ਮੈਂ ਆਪ ਜੀ ਦੇ ਨਾਲ ਸੰਖੇਪ ਜੀ ਵਿਚਾਰ ਕਰਾਂ। ਜਿਹੜਾ 18ਵੀਂ ਸਦੀ ਦਾ ਇਤਿਹਾਸ ਹੈ, ਉਹਦਾ ਇੱਕ ਸਰੋਤ ਭਾਈ ਰਤਨ ਸਿੰਘ ਭੰਗੂ ਹੋਣਾ ਦਾ ਲਿਖਿਆ ਹੋਇਆ ਸ੍ਰੀ ਗੁਰੂ ਪੰਥ ਪ੍ਰਕਾਸ਼। ਤੇ ਸ੍ਰੀ ਗੁਰੂ ਪੰਥ ਪ੍ਰਕਾਸ਼ ਦੇ ਵਿੱਚ ਇਸੇ ਨੁਕਤੇ ਤੋਂ ਸ਼ੁਰੂਆਤ ਹੁੰਦੀ ਹੈ ਕਿ ਸਿੱਖਾਂ ਨੂੰ ਰਾਜ ਕਿਵੇਂ ਮਿਲਿਆ। ਕਿਉਂਕਿ ਰਾਜ 18ਵੀਂ ਸਦੀ ਤੱਕ ਲਗਭਗ ਉਹਨਾਂ ਨੂੰ ਮਿਲਦਾ ਸੀਗਾ ਜਿਹੜੇ ਘੱਟੋ ਘੱਟ ਤਿੰਨਾਂ 'ਚ ਕੋਈ ਇੱਕ ਸ਼ਰਤ ਪੂਰੀ ਕਰੇ, ਜਾਂ ਰਾਜ ਉਹਨਾਂ ਨੂੰ ਮਿਲਦਾ ਸੀਗਾ ਜਿਹੜੇ ਕਿਸੇ ਸ਼ਾਹੀ ਘਰਾਣੇ ਦੇ ਵਿੱਚ ਪੈਦਾ ਹੋਏ ਹੋਣ, ਜਿਹੜੇ ਪੁਸ਼ਤ ਦਰ ਪੁਸ਼ਤ ਰਾਜ ਕਰਦੇ ਹੋਣ, ਜਾਂ ਰਾਜ ਉਹਨਾਂ ਦਾ ਹੁੰਦਾ ਜਿਨ੍ਹਾਂ ਦੀ ਕਿਸੇ ਇੱਕ ਖਿੱਤੇ ਦੇ ਵਿੱਚ ਬਹੁ ਗਿਣਤੀ ਹੋ ਜਾਏ, ਜਾਂ ਰਾਜ ਉਹਨਾਂ ਦਾ ਹੁੰਦਾ ਜਿਨ੍ਹਾਂ ਨੂੰ ਬਹੁ ਗਿਣਤੀ ਰਾਜ ਕਰਨ ਦੇ ਲਈ ਕਹੇ ਤੁਸੀਂ ਸਾਡੇ ਬਾਦਸ਼ਾਹ। ਤੋ ਰਤਨ ਸਿੰਘ ਭੰਗੂ ਨੂੰ, ਜਿਹੜਾ ਉਸ ਵੇਲੇ ਅੰਗਰੇਜ਼ ਆਫੀਸਰ ਸੀਗਾ ਲੁਧਿਆਣੇ ਦਾ, ਉਸਨੇ ਇਹ ਪੁੱਛਿਆ ਕਿ ਨਾ ਤੁਹਾਡੇ ਕੋਲ ਕਦੇ ਪਹਿਲਾਂ ਤੁਹਾਡੇ ਪੁਰਖਿਆਂ ਕੋਲ ਰਾਜ ਰਿਹਾ, ਨਾ ਤੁਹਾਡੀ ਬਹੁ ਗਿਣਤੀ, ਨਾ ਤੁਹਾਨੂੰ ਬਹੁ ਗਿਣਤੀ ਨੇ ਰਾਜ ਦਿੱਤਾ, ਤੇ ਤੁਸੀਂ ਰਾਜ ਕਿਵੇਂ ਬਣਾਇਆ। ਇਸ ਨੁਕਤੇ ਦੇ ਉੱਤੇ ਹੀ ਸਾਰਾ ਪੰਥ ਪ੍ਰਕਾਸ਼। ਤਾਂ ਜੋ ਉਹਦਾ ਉੱਤਰ ਸੀਗਾ, ਉਹ ਕਹਿੰਦਾ ਕਿ ਸਿੰਘਨ ਪਾਤਸ਼ਾਹੀ ਸਾਹ ਸੱਚੇ ਦਈ। ਕਹਿੰਦਾ ਸਾਨੂੰ ਇਹ ਪਾਤਸ਼ਾਹੀ ਸੱਚੇ ਪਾਤਸ਼ਾਹ ਨੇ ਦਿੱਤੀ। ਕਹਿੰਦਾ ਇਹ ਜਿਹੜੀਆਂ ਦੁਨਿਆਵੀ ਸ਼ਰਤਾਂ ਨੇ ਇਹ ਸਾਡੇ ਤੇ ਲਾਗੂ ਹੀ ਨਹੀਂ ਹੁੰਦੀਆਂ। ਸਾਨੂੰ ਪਾਤਸ਼ਾਹ ਕਹਿ ਗਿਆ ਕਿ ਰਾਜ ਕਰੇਗਾ ਖਾਲਸਾ, ਤੇ ਸਾਨੂੰ ਇਹ ਪਾਤਸ਼ਾਹੀ ਦਾ ਵਰ ਗੁਰੂ ਦੇ ਘਰ ਤੋਂ ਮਿਲਿਆ, ਸਾਨੂੰ ਇਹ ਪਾਤਸ਼ਾਹੀ ਦੀ ਬਖਸ਼ਿਸ਼ ਗੁਰੂ ਨੇ ਦਿੱਤੀ।
ਉਹ ਪੁੱਛਣ ਲੱਗਾ ਵੀ ਸੱਚਾ ਪਾਤਸ਼ਾਹ ਕੌਣ ਹੈ? ਉਹ ਦੱਸਦਾ ਕਿ ਗੁਰੂ ਨਾਨਕ। ਵੀ ਸਾਨੂੰ ਕਿਸੇ ਦੁਨਿਆਵੀ ਬਾਦਸ਼ਾਹ ਨੇ ਰਾਜ ਨਹੀਂ ਦਿੱਤਾ ਹੈ, ਸਾਨੂੰ ਉਸ ਦੀਨ ਦੁਨੀ ਦੇ ਮਾਲਕ ਦੋ ਜਹਾਨ ਦੇ ਬਾਲੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਇਹ ਰਾਜ ਦਿੱਤਾ। ਇਹ ਅੱਜ ਸਾਡੇ ਲਈ ਸਮਝਣ ਦੇ ਲਈ ਬਹੁਤ ਬੁਨਿਆਦੀ ਨੁਕਤਾ ਹੈ। ਬੇਸ਼ੱਕ ਰਾਜ ਦੁਨਿਆਵੀ ਤੌਰ ਤੇ ਹੋਣਾ, ਉਹਦੇ ਵਿੱਚ ਦੁਨਿਆਵੀ ਬਹੁਤ ਸਾਰੀਆਂ ਹਾਲਾਤ ਨੇ, ਉਹ ਅਸਰਅੰਦਾਜ਼ ਹੁੰਦੇ ਨੇ, ਪਰ ਬੁਨਿਆਦੀ ਤੌਰ ਤੇ ਰਾਜ ਦੀ ਬਖਸ਼ਿਸ਼ ਤਦ ਹੋਣੀ ਆ ਜਦ ਪਾਤਸ਼ਾਹ ਤੁਹਾਡੇ ਤੇ ਤਰੁੱਠਾ। ਭਾਈ ਗੁਰਦਾਸ ਜੀ ਉਹਨਾਂ ਦੀਆਂ 12 ਦੇ ਵਿੱਚ ਆਉਂਦਾ, ਜਿਹੜੀ ਭਗਤ ਧਰੂ ਦੀ ਆਂਦੀ ਸਾਖੀ, ਉਹਦੇ ਵਿੱਚ ਉਹ ਪੁੱਛਦੇ ਨੇ ਵੀ ਉਸ ਸਾਖੀ ਦੇ ਵਿੱਚ ਆਉਂਦਾ ਕਿ ਰਾਜ ਕਿਵੇਂ ਪ੍ਰਾਪਤ ਕਰੀਏ। ਉਹਦੇ ਵਿੱਚ ਵੀ ਉਹੀ ਬੁਨਿਆਦੀ ਦੋ ਨੁਕਤਿਆਂ ਦੇ ਵਿੱਚ ਗੱਲ ਕਹਿੰਦੇ ਨੇ ਕਿ ਪਰਮੇਸ਼ਰ ਆਰਾਧੀ। ਜਦੋਂ ਉਹ ਆਪਣੀ ਮਾਤਾ ਨੂੰ ਪੁੱਛਦਾ ਜਾ ਕੇ, ਤਾਂ ਮਾਤਾ ਇਹ ਉੱਤਰ ਦਿੰਦੀ, ਉਹ ਪੁੱਛਦੇ ਕਿਸ ਉਦਮ ਤੇ ਰਾਜ ਮਿਲੈ, ਸ਼ਤਰੂ ਤੇ ਹੋਵਨ ਸਭ ਮੀਤਾ। ਉਹ ਉੱਤਰ ਦਿੰਦੀ ਪਰਮੇਸ਼ਰ ਆਰਾਧੀਐ, ਜਿੱਦੂ ਹੋਈਐ ਪਤਿਤ ਪਨੀਤਾ। ਇਹ ਬੁਨਿਆਦੀ ਇੱਕ ਨੁਕਤਾ ਹੈ ਜਿਹੜਾ ਅੱਜ ਬਹੁਤੀ ਵਾਰੀ ਅਸੀਂ ਰਾਜ ਦੀ ਗੱਲ ਕਰਨ ਵੇਲੇ ਭੁੱਲ ਜਾਂਦੇ। ਇਹ ਜਦੋਂ ਅੰਗਰੇਜ਼ ਇੱਥੇ ਆਏ ਨੇ, ਉਹਨਾਂ ਨੇ ਆ ਕੇ ਇਹ ਗੱਲ ਸ਼ੁਰੂ ਕੀਤੀ ਕਿ ਰਾਜ ਹੋਰ ਚੀਜ਼ ਹੈ, ਧਰਮ ਹੋਰ ਚੀਜ਼ ਹੈ। ਅੱਜ ਸਾਨੂੰ ਵੀ ਬਹੁਤਿਆਂ ਨੂੰ ਇਹ ਲੱਗਣ ਲੱਗ ਪਿਆ ਹੋਇਆ ਵੀ ਜਿਹੜੇ ਰਾਜ ਕਰਨ ਵਾਲੇ ਬੰਦੇ ਨੇ, ਜੇ ਉਹ ਧਰਮੀ ਨਾ ਵੀ ਹੋਣ ਸ਼ਾਇਦ ਤਾਂ ਵੀ ਚੱਲ ਜਾਂਦੇ, ਪਰ ਗੁਰੂ ਘਰ ਦੇ ਵਿੱਚ ਇਹ ਕਦੇ ਪ੍ਰਵਾਨ ਨਹੀਂ। ਅੱਜ ਅਸੀਂ ਉਸ ਵਿਚਾਰਧਾਰਾ ਤੋਂ ਗ੍ਰਸੇ ਹੋਣ ਕਰਕੇ ਹੀ ਹੋਇਆ ਹੈ ਕਿ ਅਸੀਂ ਬਿਲਕੁਲ ਅਧਰਮੀ ਲੋਕਾਂ ਨੂੰ ਵੀ ਰਾਜ ਕਰਨ ਦਾ ਆਪਣੇ ਉੱਤੇ ਮੌਕਾ ਦਿੱਤਾ। ਸੋ ਇਹ ਗੱਲ ਆਪਾਂ ਯਾਦ ਰੱਖੀਏ ਕਿ ਸਾਨੂੰ ਰਾਜ ਦੀ ਜਿਹੜੀ ਬਖਸ਼ਿਸ਼ ਹੈ ਉਹ ਗੁਰੂ ਘਰ ਤੋਂ। ਤੀਜੇ ਪਾਤਸ਼ਾਹ ਵੀ ਦੱਸਦੇ ਨੇ ਵੀ ਰਾਜ ਕਿੱਦਾਂ ਮਿਲਦਾ। ਪਾਤਸ਼ਾਹ ਕਹਿੰਦੇ ਕਿ ਹਸਤੀ ਸਿਰ ਜਿਉ ਅੰਕਸ ਹੈ, ਅਹਰਣ ਜਿਉ ਸਿਰ ਦੇ, ਮਨ ਤਨ ਆਗੈ ਰਾਖ ਕੈ ਊ ਵੀ ਸੇਵ ਕਰੇ। ਇਉਂ ਗੁਰਮੁਖ ਆਪ ਨਿਵਾਰੀਏ, ਸਭ ਰਾਜ ਸ੍ਰਿਸ਼ਟ ਕਾਲੇ। ਕਿ ਰਾਜ ਤਦ ਮਿਲਦਾ ਹੈ ਜੇ ਊਭੀ ਸੇਵ ਕਰੀਏ। ਜਿਸ ਤਰ੍ਹਾਂ ਦੀ ਸੇਵਾ ਗੁਰੂ ਦੇ ਪਰਥਾਏ ਆਪਾਂ ਇਹ ਪ੍ਰਸੰਗ ਸੁਣਿਆ ਹੈ, ਜਾਂ ਜਿਸ ਪ੍ਰਕਾਰ ਤੁਹਾਡੇ ਨੇੜੇ ਹੀ ਕਾਨੂੰਆਣ ਦਾ ਛੰਭ ਹੈ, ਕਾਨੂੰਆਣ ਦੇ ਛੰਭ ਦੇ ਵਿੱਚ ਰਾਜ ਪ੍ਰਾਪਤ ਕਰਨ ਤੋਂ ਪਹਿਲਾਂ ਗੁਰੂ ਕੇ ਸਿੱਖਾਂ ਨੇ ਸੇਵਾ ਦੀ ਘਾਲ ਕਮਾਈ ਦੀ ਸਭ ਤੋਂ ਕਰੜੀ ਪ੍ਰੀਖਿਆ ਇੱਥੇ ਦਿੱਤੀ। ਉਸ ਪ੍ਰੀਖਿਆ ਤੋਂ ਸਾਬਤ ਕਦਮ ਹੋ ਕੇ ਨਿਕਲੇ ਨੇ ਤਾਂ ਪਾਤਸ਼ਾਹ ਨੇ ਰਾਜ ਦੀ ਬਖਸ਼ਿਸ਼ ਕੀਤੀ। ਜਿਹੜੇ ਇੰਨੀ ਕਰੜੀ ਘਾਲ ਕਮਾਈ ਦੇ ਵਿੱਚੋਂ ਸੇਵਾ ਸਿਮਰਨ ਦੇ ਨਾਲ ਆਪ ਨਿਵਾਰਦੇ ਨੇ, ਉਹਦੇ ਵਿੱਚੋਂ ਹੀ ਏਕਤਾ ਇਤਫਾਕ ਨਿਕਲਦਾ। ਅੱਜ ਸਾਡੀ ਸਭ ਤੋਂ ਵੱਡੀ ਜਿਹੜੀ ਸਮੱਸਿਆ ਦਿਸਦੇ ਰੂਪ ਦੇ ਵਿੱਚ ਹੈਗੀ, ਉਹ ਇਹ ਆ ਕਿ ਸਾਡੇ ਕੋਲੋਂ ਰਾਜ ਲੈਣ ਦੇ ਲਈ ਜਿਹੜੀ ਸਭ ਤੋਂ ਲੋੜੀਂਦੀ ਬੁਨਿਆਦੀ ਸ਼ਰਤ ਹੈ, ਏਕਤਾ ਤੇ ਇਤਫਾਕ ਨਹੀਂ ਹੈ। ਏਕਤਾ ਤੇ ਇਤਫਾਕ ਹਉਮੈ ਵਾਲਿਆਂ 'ਚ ਹੋ ਨਹੀਂ ਸਕਦਾ, ਤੇ ਹਉਮੈ ਨੂੰ ਖਤਮ ਕਰਨ ਦਾ ਇੱਕੋ ਤਰੀਕਾ ਸੇਵਾ ਤੇ ਸਿਮਰਨ। ਸੇਵਾ ਤੇ ਸਿਮਰਨ ਹੋਏਗਾ ਤਾਂ ਉਹਦੇ ਨਾਲ ਤੁਹਾਡਾ ਆਪਾ ਨਿਵਾਰਿਆ ਜਾਣਾ। ਅੱਜ ਛੋਟੀਆਂ ਛੋਟੀਆਂ ਗੱਲਾਂ ਨੇ। ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਦੀ ਗੱਲ ਚੱਲਦੀ, ਤੁਹਾਡੇ ਹੀ ਇੱਕ ਇਲਾਕੇ ਦੇ ਸੱਜਣ ਦਾ ਮੈਨੂੰ ਫੋਨ ਆਇਆ ਇੱਕ ਦਿਨ। ਉਹ ਫਿਕਰਮੰਦ ਸੀਗਾ ਵੀ ਜਿਨ੍ਹਾਂ ਨੇ ਪ੍ਰਬੰਧ ਨੂੰ ਵਧੀਆ ਕਰਨ ਦਾ ਜਿਨ੍ਹਾਂ ਦਾ ਦਾਅਵਾ ਹੈ, ਉਹ ਦੋ ਧਿਰਾਂ ਦੇ ਆਗੂਆਂ ਨੇ ਇੰਟਰਨੈਟ 'ਤੇ ਇੱਕ ਦੂਜੇ ਨੂੰ ਕੁਛ ਕਹਿਤਾ। ਅਤੇ ਮੈਂ ਉਹਨੂੰ ਕਿਹਾ ਵੀ ਪੰਜਾਬ ਦੇ ਵਿੱਚ 15 ਕੁ ਧਿਰਾਂ ਹਨ ਜਿਹੜੀਆਂ ਗੁਰਦੁਆਰਾ ਪ੍ਰਬੰਧ ਨੂੰ ਠੀਕ ਕਰਨ ਦਾ ਦਾਅਵਾ ਕਰਦੀਆਂ, ਪਰ ਜੇ ਉਹਨਾਂ ਨੂੰ ਪੁੱਛੋ ਵੀ ਉਹਨਾਂ ਦਾ ਕਿਹੜੇ ਕਿਸੇ ਇੱਕ ਇਲਾਕੇ ਦੇ ਵਿੱਚ ਕੋਈ ਆਧਾਰ ਹੈ ਜਿੱਥੇ ਉਹਨਾਂ ਨੇ ਕੋਈ ਸੇਵਾ ਦੇ ਨਾਲ ਸਿਮਰਨ ਦੇ ਨਾਲ ਕਿਸੇ ਸੰਗਤ ਦੇ ਵਿੱਚ ਆਪਣੀ ਜਗ੍ਹਾ ਬਣਾਈ ਹੋਵੇ, ਉਹਨਾਂ 15 ਹੀ ਧਿਰਾਂ 'ਚੋਂ ਕਿਸੇ ਦਾ ਵੀ ਕਿਸੇ ਇਲਾਕੇ 'ਚ ਸੰਗਤ 'ਚ ਕੋਈ ਆਧਾਰ ਨਹੀਂ। ਤਾਂ ਉਹ ਜੇ ਆ ਵੀ ਜਾਣ ਪ੍ਰਬੰਧ ਦੇ ਵਿੱਚ ਤਾਂ ਉਹ ਪ੍ਰਬੰਧ ਗੁਰਮਤਿ ਅਨੁਸਾਰ ਹੀ ਉਹਨਾਂ ਕੋਲ ਚੱਲਣਾ ਨਹੀਂ। ਜਿਸ ਤਰ੍ਹਾਂ ਹੁਣ ਹਉਮੈ ਤੇ ਆਧਾਰਿਤ ਬੰਦਿਆਂ ਦਾ ਪ੍ਰਬੰਧ ਹੈ, ਉਹ ਉਸੇ ਤਰ੍ਹਾਂ ਦਾ ਹੀ ਰਹਿ ਜਾਣਾ। ਸੋ ਆਖਰੀ ਨੁਕਤਾ ਮੈਂ ਕਹਿਣਾ ਕਿ
ਸਿੱਖਾਂ ਦੇ ਲਈ ਜੋ ਆਉਣ ਵਾਲਾ ਸਮਾਂ, ਜਿਸ ਤਰ੍ਹਾਂ ਦੀ ਦੁਨੀਆ ਦੀ ਰਾਜਨੀਤੀ ਹੈ, ਜਿਸ ਤਰ੍ਹਾਂ ਇੰਡੀਆ ਦੀ ਰਾਜਨੀਤੀ ਹੈ, ਆਉਂਦੇ 8-10 ਸਾਲ ਦੇ ਵਿੱਚ ਦੁਨੀਆ ਦੇ ਵਿੱਚ ਬਹੁਤ ਵੱਡੀ ਉਥਲ-ਪੁਥਲ ਹੋਣੀ ਸ਼ੁਰੂ ਹੋ ਚੁੱਕੀ। 2-3 ਜੰਗਾਂ ਆਲਰੇਡੀ ਚੱਲਦੀਆਂ ਨੇ, ਅਤੇ ਇਹ ਇਲਾਕਾ ਜਿਹੜਾ ਤੁਹਾਡਾ ਹੈ, ਇਹਦੇ ਉੱਤੇ ਦੁਨੀਆ ਦੀਆਂ, ਇੰਡੀਆ ਦੀਆਂ, ਸਾਰਿਆਂ ਦੀਆਂ ਹੀ ਨਜ਼ਰਾਂ ਨੇ, ਤੁਹਾਡੇ ਪਾਣੀ ਕਰਕੇ, ਤੁਹਾਡੀ ਮਿੱਟੀ ਕਰਕੇ, ਅਤੇ ਜਿਸ ਤਰ੍ਹਾਂ ਦੇ ਮਨੁੱਖ ਇੱਥੇ ਵਸਦੇ ਨੇ ਗੁਣਾਂ ਵਾਲੇ, ਉਹਨਾਂ ਕਰਕੇ ਇਸ ਇਲਾਕੇ 'ਤੇ ਹਰੇਕ ਦੀ ਇੱਛਾ ਹੈ ਕਿ ਇਹ ਸਾਡੇ ਕੋਲ ਹੋਏ। ਤਾਂ ਬਹੁਤ ਸਾਰੀ ਉਥਲ-ਪੁਥਲ ਹੋਣੀ। ਉਹਦੇ ਕਰਕੇ ਅਸੀਂ ਜਿਹੜੀਆਂ ਬਹੁਤ ਛੋਟੀਆਂ-ਛੋਟੀਆਂ ਗੱਲਾਂ ਕਰਦੇ ਹਾਂ ਇੱਥੇ ਪੰਜਾਬ ਦਾ ਜਾਂ ਹੋਰ ਛੋਟੀਆਂ-ਮੋਟੇ ਰਾਜ, ਉਹਦੇ ਨਾਲ ਬਹੁਤ ਵੱਡੀਆਂ ਪ੍ਰਾਪਤੀਆਂ ਦਾ ਸਮਾਂ ਆਉਣ ਵਾਲਾ। ਸੋ ਜੋ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਬਚਨ ਹੈ, ਅੱਜ ਪਾਤਸ਼ਾਹ ਦਾ ਦਿਹਾੜਾ, ਉਹਨਾਂ ਦੇ 52 ਬਚਨਾਂ 'ਚੋਂ ਇੱਕ ਬਚਨ ਇਹ ਸੀਗਾ ਕਿ ਰਾਜਨੀਤੀ ਹੀ ਪੜ੍ਹਨੀ। ਜੋ ਅੱਜ ਰਾਜਨੀਤੀ ਚੱਲ ਰਹੀ ਆ, ਉਹਨੂੰ ਸਮਝਣ ਦਾ, ਪੜ੍ਹਨ ਦਾ ਸਮਾਂ ਹੈ। ਜੇ ਅੱਜ ਜੋ ਰਾਜਨੀਤੀ ਚੱਲ ਰਹੀ ਉਹਨੂੰ ਸਮਝ ਪੜ੍ਹ ਲਵਾਂਗੇ ਤਾਂ ਆਉਣ ਵਾਲੇ ਦਿਨ ਸਾਡੇ ਤੇ ਸਾਡੀਆਂ ਨਸਲਾਂ ਦੇ ਸੁਖਾਲੇ ਹੋਣਗੇ। ਸੋ ਅੰਤ ਦੇ ਵਿੱਚ ਮੈਂ ਸੰਗਤ ਦੇ ਕੋਲੋਂ ਖਿਮਾ ਮੰਗਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।